ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਵਈਆ ਜਗ ਨਾਹਿ ਕਰੀ, ਗੁਰ ਸੇਵ ਭਲੀ। ਹਰ ਨਾ ਹਰ ਕੇ ਮੁਖ ਨਾਮ ਉਚਾਰੇ, ਬਲਹੀਨਨ ਕੋ ਕਟ ਬੈਨ ਕਹੇ। ਮੁਖ ਮਾਹੇ ਅਚੇ ਭਵ ਮੈਂ ਮਦ ਖਾਰੇ, ਜਗ ਨਾਹਿ ਕਰੀ ਗੁਰ ਸੇਵ ਭਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਵੀ ਪੰਡਿਤ ਗੁਲਾਬ ਸਿੰਘ ਮਹਾਰਾਜ ਜੀ ਨਿਰਮਲੇ ਸੰਤ, ਉਹਨਾਂ ਦੀ ਆਪਾਂ ਕ੍ਰਿਤ ਪਾਵਰ ਸਮ੍ਰਿਤ ਗ੍ਰੰਥ ਨੂੰ ਪੜ੍ਹ ਸੁਣ ਰਹੇ ਹਾਂ, ਜਿਸ ਵਿੱਚ ਬਹੁਤ ਵਿਰਾਗਮਈ ਪਰਮੇਸ਼ਰ ਦੀ ਪ੍ਰਾਪਤੀ ਲਈ ਪ੍ਰੇਮ ਰੂਪੀ ਬਚਨ ਅੰਕਿਤ ਕੀਤੇ। ਇਸ ਗ੍ਰੰਥ ਵਿੱਚ ਜਿਹੜੇ ਚੰਗੇ ਕੰਮ ਉਹਨਾਂ ਨੂੰ ਕਹਿੰਦੇ ਵੀ ਅਸੀਂ ਜਾਂ ਮੈਂ ਵੀ ਭੁਲਾ ਰਿਹਾ ਹਾਂ। ਜਦੋਂ ਚੰਗੇ ਕੰਮ ਭੁਲਾ ਦਿੱਤੇ ਹੈ, ਫਿਰ ਕਹਿੰਦੇ ਵੀ ਕੌਣ ਕਿਹੜੀ ਵਿਧੀ ਤਰੀਕਾ ਜਿਹਦੇ ਨਾਲ ਸੁੱਖ ਰੂਪੀ ਅੰਮ੍ਰਿਤ ਰੂਪੀ ਸੁੱਖ ਪਾਉਣਾ ਕਰਾਂ। ਕੋਈ ਤਰੀਕਾ ਨਹੀਂ ਹੈ, ਚੰਗੇ ਕੰਮਾਂ ਨਾਲ ਹੀ ਸੁੱਖ ਹਨ। ਸਵਈਆ ਉਚਾਰ ਕੇ ਕੰਮਾਂ ਦੇ ਸ਼ੁਭ ਕੰਮਾਂ ਨੂੰ ਦਰਸਾਉਂਦੇ ਹੋਏ ਕਿ ਚੰਗਾ ਕੰਮ ਤੇ ਕੋਈ ਕੀਤਾ ਨਹੀਂ, ਇਸ ਕਰਕੇ ਸੁੱਖ ਕਿੱਥੋਂ ਪਾ ਸਕੀਦਾ ਹੈ। ਉਚਾਰਦੇ ਹਨ, ਸਰਵਣ ਕਰੀਏ ਸਵਈਆ ਜਗ ਨਾਹਿ ਕਰੀ ਗੁਰ ਸੇਵ ਭਲੀ। ਕਹਿੰਦੇ ਹੈ ਵੀ ਵੇਖੋ ਬੰਦੇ ਦੀ ਆਹ ਹਾਲਤ ਹੋਈ ਪਈ ਹੈ, ਜਨਮ ਪਾਏ ਕਛ ਭਲੋ ਨਾ ਕੀਨੋ। ਜਨਮ ਪਾ ਲਿਆ, ਕੁਝ ਚੰਗਾ ਨਹੀਂ ਕੀਤਾ ਹੈ। ਉੱਤਮ ਭਗਤ ਦੀ ਨਿਆਈ ਹੋ ਕੇ ਆਪਣੇ ਟਕਾ ਕੇ ਕਹਿੰਦੇ ਹੈ, ਜਗ ਨਾਹਿ ਕਰੀ ਗੁਰ ਸੇਵ ਭਲੀ। ਜਗ ਇਸ ਸੰਸਾਰ ਦੇ ਵਿੱਚ ਪੂਰਨ ਸਤਿਗੁਰਾਂ ਦੀ ਕਹਿੰਦੇ ਹੈ ਜਿਹੜੀ ਹੈ ਚੰਗੀ ਤਰ੍ਹਾਂ ਨਾਲ ਟਹਿਲ ਵੀ ਨਹੀਂ ਕੀਤੀ। ਹੋਰ ਕਹੀਏ ਸਤਿਗੁਰ ਦੀ ਸੇਵਾ ਟਹਿਲ ਭਲੀ। ਚੰਗੀ ਤਰ੍ਹਾਂ ਸਤਿਗੁਰੂ ਦੀ ਸੇਵਾ ਟਹਿਲ ਵੀ ਨਹੀਂ ਕੀਤੀ। ਇਸ ਸੰਸਾਰ ਦੇ ਵਿੱਚ ਰਹਿੰਦਿਆਂ ਹੋਇਆਂ ਹਰ ਨਾ ਹਰ ਕੇ ਮੁਖ ਨਾਮ ਉਚਾਰੇ, ਅਤੇ ਨਾ ਹੀ ਆਪਣੇ ਮੁਖ ਨਾਲ ਰਸਨਾ ਨਾਲ ਜਿਹੜੇ ਹੈ ਕਦੇ ਵੀ ਪਰਮਾਤਮਾ ਦੇ ਉਚਾਰੇ ਕਹੀਏ ਨਾਮ ਨੂੰ ਉਚਾਰਨਾ ਨਹੀਂ ਕੀਤਾ। ਪਾਓ ਇਸ ਜਗ ਨਾਹਿ ਕਰੀ ਗੁਰ ਸੇਵ ਭਲੀ। ਇਹ ਸੰਸਾਰ ਦੇ ਵਿੱਚ ਸਭ ਤੋਂ ਸ੍ਰੇਸ਼ਟ ਗੁਰੂ ਦੀ ਸੇਵਾ ਹੀ ਸੀ, ਤੇ ਉਹ ਵੀ ਨਹੀਂ ਕੀਤੀ। ਗੁਰ ਸੇਵਾ ਤੇ ਭਗਤ ਕਮਾਈ, ਤਬ ਇਹ ਮਾਨਸ ਦੇਹੀ ਪਾਈ। ਦੇਵੀ ਤਾਂ ਪਾਈ ਸੀ, ਤੇ ਜਿਹੜੇ ਸੇਵਕ ਉਹ ਸੇਵ ਕਰੇ ਸਭ ਤੇਰੀ, ਜਿਨ ਸ਼ਬਦੈ ਸਾਧ ਆਇਆ। ਉਹ ਤੇ ਸੇਵਾ ਕਰਦੇ ਰਹੇ, ਇਹਨਾਂ ਨੂੰ ਸ਼ਬਦ ਦਾ ਸਵਾਦ ਆਇਆ। ਤੇ ਪਰ ਕਵੀ ਜੀ ਆਪਣੇ ਤੇ ਟਿਕਾ ਕੇ ਕਹਿੰਦੇ ਹੈ ਵੀ ਵੇਖ ਲਓ, ਜਗ ਨਾਹੀਂ ਇਸ ਸੰਸਾਰ ਦੇ ਵਿੱਚ ਰਹਿ ਕੇ ਗੁਰੂ ਦੀ ਜਿਹੜੀ ਸੇਵਾ ਚੰਗੀ ਸੀ, ਮਹਾਨ ਸੀ, ਸ੍ਰੇਸ਼ਟ ਸੀ, ਉਹ ਵੀ ਨਾਹੀਂ ਕਰੀ, ਉਹ ਵੀ ਨਹੀਂ ਕੀਤੀ। ਹਰ ਨਾ ਹਰ ਕੇ ਮੁਖ ਨਾਮ ਉਚਾਰਿਆ, ਤੇ ਨਾ ਹੀ ਹਰ ਕੇ ਪਰਮਾਤਮਾ ਦੇ ਮੁਖੋਂ ਨਾਮ ਨੂੰ ਹੀ ਉਚਾਰਨ ਕੀਤਾ ਹੈ। ਬਲਹੀਨਨ ਕੋ ਕਟ ਬੈਨ ਕਹੇ। ਉਲਟਾ ਜਿਹੜੇ ਵਿਚਾਰੇ ਕੋਈ ਸਰੀਰਕ ਬਲ ਤੋਂ ਹੀਣੇ ਕਮਜ਼ੋਰ, ਮਾਇਕੀ ਬਲ ਤੋਂ ਹੀਣੇ ਕਮਜ਼ੋਰ, ਉਹਨਾਂ ਨੂੰ ਦਾਨ ਤੇ ਕੀ ਕਰਨਾ, ਉਹਨਾਂ ਦਾ ਸਤਿਕਾਰ ਤੇ ਕੀ ਕਰਨਾ, ਸਗੋਂ ਕੱਟ ਬੈਨ ਕਹੇ। ਉਹਨਾਂ ਨੂੰ ਵੀ ਸਦਾ ਹੀ ਜਿਹੜੇ ਨਾ ਕੱਟ ਕੌੜੇ ਬੈਨ ਬਚਨ ਹੀ ਕਹੇ ਹੈ, ਆਖਣਾ ਕੀਤੇ ਹਨ। ਮੁਖ ਮਾਹੇ ਅਚੇ ਭਵ ਮੈਂ ਮਦ ਖਾਰੇ। ਅਤੇ ਭਵ ਜੋ ਸੰਸਾਰ ਹੈ, ਮੈਂ ਮੈਨੇ ਵਿੱਚ ਆਪ ਸਗੋਂ ਸੰਸਾਰ ਦੇ ਅੰਦਰ
ਆਪਣੇ ਮੁਖ ਵਿੱਚ, ਮੁਖ ਮਾਹੀ, ਆਪਣੇ ਮੁਖ ਵਿੱਚ ਜਿਹੜੇ ਮਦ ਸ਼ਰਾਬ ਵਰਗੇ ਖਾਰੇ ਬਕਬਕੇ ਜਿਹੜੇ ਨਾ ਪਦਾਰਥ, ਉਹੀਓ ਅਚੇ ਕਹੀਏ ਛਕਣਾ ਕੀਤੇ ਹੈ। ਬਾਲਹੀਣਾਂ ਨੂੰ ਕੌੜੇ ਬਚਨ ਕਹੇ, ਅਤੇ ਮੁੱਖ ਸੰਸਾਰ ਵਿੱਚ ਰਹਿੰਦਿਆਂ ਹੋਇਆਂ ਜਿਹੜਾ ਹੈ ਮਦ ਖਾਰੇ ਸ਼ਰਾਬ ਵਰਗੇ ਜਿਹੜੇ ਨਸ਼ੇ ਦੀ ਮਸਤੀ ਚੜਾਉਣ ਵਾਲੇ, ਉਹ ਸ਼ਰਾਬ ਵਰਗੇ ਖਾਰੇ ਬਕਬਕੇ ਪਦਾਰਥ ਜਿਹੜੇ ਆ ਮੁੱਖ ਮਾਹੇ ਮੁੱਖ ਵਿੱਚ ਅਚੇ ਕਹੀਏ ਛਕਣਾ ਕੀਤੇ ਹਨ। ਔਰ ਕੋਪ ਹੁਤਾਸਨ ਦਾਹੇ ਲੱਗੇ, ਮੇਰੇ ਆਪਣੇ ਔਰ ਕੋਪ ਭਾਵ ਆਪਣੇ ਹਿਰਦੇ ਵਿੱਚ ਕੋਪ ਹੁਤਾਸਨ, ਕੋਪ ਕ੍ਰੋਧ ਹੁਤਾਸਨ ਅੱਗ ਅਗਨੀ, ਕ੍ਰੋਧ ਰੂਪੀ ਅਗਨੀ ਦਾ ਹੀ ਦਾਹੇ ਲੱਗੇ ਸਾੜ ਲੱਗਾ ਹੋਇਆ ਹੈ ਈਰਖਾ ਕਰਕੇ। ਜਗ ਲੋਕਨ ਕੇ ਘਰ ਪਾਵਕ ਜਾਰੇ, ਜਿਸ ਅੱਗ ਦੇ ਸਾੜ ਨਾਲ, ਪਾਵਕ ਅੱਗ ਜਾਰੇ ਕਹੀਏ ਸਾੜ, ਜਿਸ ਅੱਗ ਦੇ ਨਾਲ ਜਗ ਦੁਨੀਆ, ਜਗ ਸੰਸਾਰ, ਇਸ ਸੰਸਾਰ ਦੇ ਜਿਹੜੇ ਲੋਕ ਹੈ ਲੋਕਾਂ ਦੇ ਘਰ ਹੀ ਜਾਰੇ ਕਹੀਏ ਸਾੜਨਾ ਕੀਤੇ ਹੈ। ਫਿਰ ਇਹਦੇ ਵਿੱਚ ਕੋਪ ਕ੍ਰੋਧ ਦੀ ਅਗਨੀ ਦਾਹੇ ਲੱਗੀ ਹੋਈ ਹੈ। ਕ੍ਰੋਧ ਰੂਪੀ ਅਗਨੀ ਉਹਦਾ ਦਾਹੀ ਸਾੜ ਲੱਗਾ ਹੋਇਆ। ਜਗ ਲੋਕਨ ਕੇ ਘਰ ਪਾਵਕ ਜਾਰੇ, ਅਤੇ ਜਗ ਸੰਸਾਰ ਦੇ ਲੋਕਾਂ ਦੇ ਜਿਹੜੇ ਘਰ, ਉਹੀਓ ਹੀ ਜਿਹੜੇ ਹੈ ਪ੍ਰਤੱਖ ਅੱਗ ਨਾਲ, ਈਰਖਾ ਦੀ ਅੱਗ ਨਾਲ ਜਾਰੇ ਸਾੜਨਾ ਕੀਤੇ ਹਨ। ਜਗ ਮੈਂ ਸ਼ੁਭ ਕਾਜ ਵਿਸਾਰਤ ਹਾਂ, ਇਸ ਪ੍ਰਕਾਰ ਕਵੀ ਜੀ ਕਹਿੰਦੇ ਹਾਂ ਮੈਂ ਇਸ ਜਗ, ਮੈਂ ਇਸ ਸੰਸਾਰ ਦੇ ਵਿੱਚ ਸ਼ੁਭ ਕਾਜ ਜਿਹੜੇ ਸ੍ਰੇਸ਼ਟ ਕੰਮ ਹੈ, ਵਿਸਾਰਤ ਉਹਨਾਂ ਨੂੰ ਤੇ ਵਿਸਾਰ ਦਿੱਤਾ ਹੈ, ਭੁਲਾਈ ਜਾਂਦਾ ਹਾਂ। ਵਿਦ ਕੌਣ ਸਦਾ ਸੁਖ ਪਾਉ ਮੁਰਾਰੇ, ਫਿਰ ਕਿਹੜੀ ਵਿਧੀ ਕਰਕੇ, ਕੌਣ ਵਿਦ ਕਿਹੜੀ ਵਿਧੀ ਕਰਕੇ, ਕੌਣ ਦਾ ਅਰਥ ਕਿਹੜੀ, ਵਿਦ ਦਾ ਅਰਥ ਵਿਧੀ, ਕਿਹੜੀ ਵਿਧੀ ਕਰਕੇ ਸੁਦਾ ਜੋ ਅੰਮ੍ਰਿਤ ਹੈ, ਅੰਮ੍ਰਿਤ ਰੂਪੀ ਸੁੱਖਾਂ ਨੂੰ ਪਾਉ ਕਈ ਪਾਉਣਾ ਕਰਾਂਗਾ ਮੁਰਾਰੇ, ਹੇ ਮੁਰਦੈਂਤ ਦੇ ਵੈਰੀ ਪਰਮੇਸ਼ਰ। ਭਾਵੇਂ ਜਿਹੜੇ ਉੱਪਰ ਕਰਮ ਕਰਦਾ, ਇਹਨਾਂ ਕਰਮਾਂ ਵਿੱਚ ਲੱਗ ਕੇ ਕਦੇ ਵੀ ਸੁੱਖ ਪ੍ਰਾਪਤ ਨਹੀਂ ਹੋਵੇਗਾ, ਨਾ ਹੁੰਦਾ ਹੈ। ਵਿਦ ਕੌਣ ਸੁਦਾ ਸੁਖ ਪਾਉ ਮੁਰਾਰੀ, ਜਗ ਮੈਂ ਸ਼ੁਭ ਕਾਜ ਵਿਸਾਰਤ, ਸੰਸਾਰ ਦੇ ਵਿੱਚ ਰਹਿੰਦਿਆਂ ਮੈਂ ਸ਼ੁਭ ਕਾਜ ਸ੍ਰੇਸ਼ਟ ਚੰਗੇ ਕੰਮ ਅਤੇ ਵਿਸਾਰਤ ਭੁਲਾਈ ਜਾਂਦਾ, ਵਿਸਾਰੀ ਦਿੱਤੇ। ਜਦੋਂ ਚੰਗੇ ਕੰਮ ਹੀ ਵਿਸਾਰ ਦਿੱਤੇ, ਭੁਲਾ ਦਿੱਤੇ। ਵਿਦ ਕੌਣ ਸੁਦਾ ਸੁਖ ਪਾਉ ਮੁਰਾਰੇ, ਫਿਰ ਕੌਣ ਕਹੀਏ ਕਿਹੜੀ ਵਿਧੀ, ਕੌਣ ਕਹੀਏ ਕਿਹੜਾ ਵਿਦ ਕਹੀਏ ਢੰਗ, ਕਿਹੜਾ ਵਿਦ ਕਹੀਏ ਤਰੀਕਾ, ਜਿਸ ਨਾਲ ਸੁਦਾ ਅੰਮ੍ਰਿਤ ਵਰਗੇ ਸੁੱਖ ਪਾਉਣਾ ਕਰਾਂਗਾ, ਹੇ ਮੁਰਾਰੇ ਪਰਮੇਸ਼ਰ। ਮੁਰਾਰੀ ਸਵਈਆ ਨਹਿ ਪੂਜਨ ਦੇਵਨ ਕੋ ਕਰਿਓ, ਹੇ ਜੀਵ ਤੂੰ ਕਿਸੇ ਦੇਵਨ, ਕਿਸੇ ਵੀ ਦੇਵਤੇ ਦਾ ਨਹਿ ਪੂਜਨ ਕਰਿਓ, ਕੋਈ ਪੂਜਨ ਨਹੀਂ ਕੀਤਾ, ਆਪਣੇ ਆਪ ਨੂੰ ਕਹਿੰਦੇ ਹੈ, ਜਾਂ ਜੀਵ ਨੂੰ, ਜਾਂ ਹੋਂਦ ਦਾ ਅਰਥ ਜਿਵੇਂ ਆਉਂਦਾ ਨਾ, ਜਗ ਮੈਂ ਸ਼ੁਭ ਕਾਜ ਵਿਸਾਰਤ ਹਾਂ, ਹੋਂਦ ਦਾ ਅਰਥ ਅਸੀਂ ਦਾ ਅਰਥ ਜੀਵ। ਹੇ ਜੀਵ ਦੇਵਨ ਕੋ, ਤੂੰ ਦੇਵਤੇ ਜਿਹੜੇ ਮਹਾਨ ਕਰਨੀ ਵਾਲੇ, ਉਹਨਾਂ ਦਾ ਪੂਜਨ, ਉਹਨਾਂ ਨੂੰ ਪੂਜਣਾ ਨਹੀਂ ਕਰਿਓ ਕਹੀਏ ਕੀਤਾ ਹੈ। ਹਰ ਵਿਪਰਨ ਕੇ ਨਹਿ ਪਾਦ ਪੁਖਾਰੇ, ਅਤੇ ਐਡਾ ਤੂੰ ਹੰਕਾਰੀ ਹੈ, ਜਿਹੜੇ ਵਿਪਰਨ ਹੈ ਭਾਵ ਸਾਧੂ ਲੋਕ, ਵਿਪਰ ਬ੍ਰਾਹਮਣ ਲੋਕ ਕੇ ਕਹੀਏ ਦੇ, ਉਹਨਾਂ ਸਾਧੂ ਬ੍ਰਾਹਮਣਾਂ ਦੇ ਵੀ ਪਾਦ ਜਿਹੜੇ ਚਰਨ ਪੁਖਾਰੇ, ਉਹ ਧੋਣਾ ਨਹੀਂ ਕੀਤੇ ਹਨ।
ਬਾਹਮਣਾ ਸਾਧੂਆਂ ਦੇ ਕਮਾਈ ਵਾਲਿਆਂ ਦੇ ਤੂੰ ਚਰਨ ਵੀ ਧੋਣਾ ਨਹੀਂ ਕੀਤੇ। ਪੰਜ ਸੁਰਤੀ ਆਉਂਦੀ ਜਨਮ ਜਾਏ ਤੇ ਸੂਦਰਾ, ਸੰਸਕਾਰੇ ਦੀ ਜੋਤਮਾ, ਵੇਦ ਪਾਠੀ ਵਿਪਰਾ। ਵੇਦ ਪਾਠੀ ਜਿਹੜਾ ਵੇਦ ਪਾਠ ਕਰੇ ਉਹ ਵਿਪਰ ਹੁੰਦਾ ਹੈ। ਬ੍ਰਹਮ ਜਨੰਤੀ ਇਤੀ ਬ੍ਰਾਹਮਣਾ, ਜਿਹੜਾ ਬ੍ਰਹਮ ਨੂੰ ਜਾਣ ਲਵੇ ਉਹ ਬ੍ਰਾਹਮਣ ਹੁੰਦਾ ਹੈ। ਇਸ ਤਰ੍ਹਾਂ ਵਿਪਰਨ ਵੇਦ ਪਾਠੀ ਆਦਿਕ ਬ੍ਰਾਹਮਣਾਂ ਦੇ ਵੀ ਪੈਰ ਚਰਨ ਨਹੀਂ ਬਖਾਰੇ, ਭਾਵ ਵਿਪਰਨ ਤੋਂ ਸਾਧੂ ਦੇ ਚਰਨ ਨਹੀਂ ਪਾਦ ਬਖਾਰੇ ਧੋਣਾ ਕੀਤੇ। ਨਿਜ ਪ੍ਰਾਨਨ ਪਾਲਣ ਹੇਤ ਸਦਾ, ਨਿਜ ਆਪਣੇ ਪ੍ਰਾਨਨ ਪ੍ਰਾਣਾਂ ਨੂੰ ਹੀ ਪਾਲਣ ਹੇਤ, ਪਾਲਣ ਵਾਸਤੇ, ਰਿਸ਼ਟ ਪੁਸ਼ਟ ਕਰਨ ਵਾਸਤੇ, ਤਗੜਾ ਹੋ ਜਾ, ਪੇਟ ਵਧਾਉਣਾ। ਇਸ ਆਪਣੇ ਪ੍ਰਾਣਾਂ ਨੂੰ ਹੀ ਰਿਸ਼ਟ ਪੁਸ਼ਟ ਕਰਨ ਵਾਸਤੇ ਸਦਾ ਹਮੇਸ਼ਾ ਹੀ ਭਵ ਮੰਡਲ ਔਰਨ ਪ੍ਰਾਣ ਨਿਕਾਰੇ। ਇਸ ਭਵ ਮੰਡਲ ਸੰਸਾਰ ਦੇ ਵਿੱਚ ਤੂੰ ਔਰਨ ਹੋਰਨਾਂ ਜੀਵਾਂ ਦੇ, ਹੋਰਨਾਂ ਲੋਕਾਂ ਦੇ ਪ੍ਰਾਣ ਨਿਕਾਰੇ, ਪ੍ਰਾਣ ਹੀ ਕੱਢਦਾ ਰਿਹਾ, ਭਾਵ ਜੀਵ ਹਿੰਸਾ ਹੀ ਕੀਤੀ ਹੈ। ਆਪਣੇ ਚੰਮ ਨੂੰ ਵਧਾਉਣ ਵਾਸਤੇ ਕੁਕੜੀਆਂ, ਬੱਕਰੇ, ਗਾਵਾਂ ਆਦਿ ਕੀ ਖਾਂਦਾ ਹੈ। ਔਰ ਤੇ ਸਭ ਪੁੰਨ ਵਿਸਾਰ ਦਿਓ। ਹੇ ਪ੍ਰਭੂ ਪਰਮੇਸ਼ਰ, ਅਸਾਂ ਜੀਵਾਂ ਨੇ ਔਰ ਤੇ ਹਿਰਦੇ ਤੋਂ ਤੇ ਸਾਰੇ ਪੁੰਨ ਕਰਮ ਜਿਹੜੇ ਹੈ, ਚੰਗੇ ਕਰਮ, ਉਹ ਤੇ ਵਿਸਾਰ ਦਿਓ, ਭੁਲਾਈ ਦਿੱਤੇ ਹੈ। ਆਰ ਤੇ ਪਦ ਪੰਕਜ ਨਾ ਔਰ ਧਾਰੇ, ਅਤੇ ਅਰਦਾਰਥ ਅਤੇ ਕਈ ਵਾਰ ਆ ਚੁੱਕਾ। ਤੇ ਦੇ ਅਰਥ ਕਈ ਪਾਉਂਦੇ ਇੱਥੇ, ਤੇ ਦਾ ਅਰਥ ਤੇਰੇ, ਅਤੇ ਤੇਰੇ ਜਿਹੜੇ ਪਦ ਪੰਕਜ ਜਿਹੜੇ ਚਰਨ ਕਮਲ ਹੈ, ਪਦ ਅਰਥ ਚਰਨ, ਪੰਕਜ ਅਰਥ ਕਮਲ, ਜਿਹੜੇ ਤੇਰੇ ਚਰਨ ਕਮਲ ਹੈ ਨਾ ਔਰ ਧਾਰੇ, ਉਹ ਤੇ ਹਿਰਦੇ ਵਿੱਚ ਧਾਰਨਾ ਹੀ ਨਹੀਂ ਕੀਤੇ। ਹਿਰਦੇ ਤੋਂ ਹੀ ਸਾਰੇ ਪੁੰਨ ਵਿਸਾਰ ਦਿੱਤੇ ਹੈ। ਅਰ ਤੇ ਪਦ ਪੰਕਜ ਨਾ ਔਰ ਧਾਰੇ, ਆਪ ਜੀ ਦੇ ਜਿਹੜੇ ਚਰਨ ਕਮਲ ਹੈ ਉਹ ਵੀ ਹਿਰਦੇ ਵਿੱਚ ਧਾਰਨ ਨਹੀਂ ਕੀਤੇ। ਜਗ ਮੈਂ ਸ਼ੁਭ ਕਾਜ ਵਿਸਾਰਤ ਹਾਂ, ਸੰਸਾਰ ਵਿੱਚ ਸਾਰੇ ਚੰਗੇ ਕੰਮ ਵਿਸਾਰਤ ਉਹ ਭੁਲਾ ਦਿੱਤੇ ਹੈ। ਹੋਂ ਕਹੀਏ ਅਸਾਂ ਨੇ, ਜੀਵਾਂ ਨੇ, ਜਾਂ ਕਵੀ ਜੀ ਕਹਿੰਦੇ ਮੈਂ ਵਿਦ ਕੌਣ ਸਦਾ ਸੁਖ ਪਾਉ ਮੁਰਾਰੇ। ਫਿਰ ਕੌਣ ਕਹੀਏ ਕਿਹੜੀ ਵਿਧੀ ਹੈ ਜਿਸ ਕਰਕੇ ਸੁਦਾ ਅੰਮ੍ਰਿਤ ਰੂਪੀ ਸੁੱਖ ਜਿਹੜੇ ਹੈ ਪਾਉਣਾ ਕਰਾਂਗਾ। ਇਹ ਮੁਰਾਰੇ ਪਰਮੇਸ਼ਰ ਪ੍ਰਭੂ, ਇਹਦਾ ਅਰਥ ਉਹੀ ਹੈ ਜੋ ਪਿੱਛੇ ਬਾਰ ਕਰ ਦਿੱਤਾ ਇਸ ਤੁਕ ਦਾ। ਸਵਈਆ ਢਿੱਗ ਬੈਠ ਧਨੀ ਨਰ ਕੇ ਹਰ ਜੀ। ਹੇ ਪ੍ਰਭੂ ਜੀ, ਹਰ ਜੀ ਦਾ ਅਰਥ ਪ੍ਰਭੂ ਜੀ। ਹੇ ਪ੍ਰਭੂ ਜੀ, ਧਨੀ ਮੈਂ ਕੀ ਕਰਦਾ ਹਾਂ, ਜਿਹੜੇ ਧਨੀ ਪੁਰਸ਼, ਧਨਾਢ, ਸ਼ਾਹੂਕਾਰ, ਅਮੀਰ ਹੈ, ਨਰ ਕੇ ਉਹ ਅਮੀਰ ਮਨੁੱਖਾਂ ਦੇ ਢਿੱਗ ਕੋਲ ਬੈਠ ਕਰਕੇ, ਕੋਲ ਬੈਠ ਕਰਕੇ ਨਿਜ ਪ੍ਰਾਨਨ ਰੋਕ ਸੋ ਬੈਨ ਉਚਾਰੇ। ਜਿਹੜੇ ਆਪਣੇ ਪ੍ਰਾਣ ਹਨ, ਸਾਹ ਹੈ, ਉਹਨਾਂ ਨੂੰ ਰੋਕ ਕੇ ਤੋ ਧਨੀ ਪੁਰਸ਼ਾਂ ਦੇ, ਭਾਵ ਉਹਨਾਂ ਦੇ ਕੋਲ ਹੈ, ਬੈਨ ਉਚਾਰੇ, ਬੈਨ ਬਚਨ ਉਚਾਰੇ, ਉਚਾਰਨਾ ਬੋਲਣਾ ਕੀਤੇ। ਉਹ ਕਿਉਂ ਕਿ ਮੇਰੇ ਉੱਚੀ ਸਾਹ ਲੈਣ ਨਾਲ ਕਿਤੇ ਉਹ ਨਾਰਾਜ਼ ਹੀ ਨਾ ਹੋ ਜਾਣ ਅਤੇ ਖੁਸ਼ ਹੋ ਜਾਣ, ਅਤੇ ਖੁਸ਼ ਹੋ ਕੇ ਮੈਨੂੰ ਕੁਝ ਨਾ ਕੁਝ ਪਦਾਰਥ ਦੇ ਦੇਣ। ਵੀ ਜੇ ਮੈਂ ਉੱਚੀ ਸਾਹ ਲਵਾਂ, ਉੱਚੀ ਬੋਲਾਂ, ਅਤੇ ਉਹ ਕਿਤੇ ਨਾਰਾਜ਼ ਨਾ ਹੋਣ ਵੀ ਨਿਕਲ ਇੱਥੋਂ। ਅਤੇ ਜੇ ਮੈਂ ਥੋੜ੍ਹਾ ਠਠੰਬਰ ਕੇ ਬੋਲੂੰਗਾ ਅਤੇ ਖੁਸ਼ ਹੋ ਜਾਣਗੇ, ਜਿਸ ਕਰਕੇ ਕੁਝ ਨਾ ਕੁਝ ਮੈਨੂੰ ਪਦਾਰਥ ਦੇ ਦੇਣਗੇ। ਤਾਂ ਕਰਕੇ ਢਿੱਗ ਬੈਠ ਧਨੀ ਨਰ ਕੇ ਹਰ ਜੀ। ਇਹ ਹਰ ਜੀ ਪਰਮੇਸ਼ਰ ਧਨੀ ਨਰਾਂ, ਧਨਵਾਨ ਪੁਰਸ਼ਾਂ ਦੇ ਢਿੱਗ ਕੋਲ ਬੈਠ ਕਰਕੇ ਨਿਜ ਪ੍ਰਾਨਨ, ਆਪਣੇ ਸਵਾਰਥ ਵਾਸਤੇ ਆਪਣੇ ਪ੍ਰਾਣਾਂ ਨੂੰ ਰੋਕ ਕੇ ਤੇ ਸੋ ਬੈਨ ਉਚਾਰੇ, ਮੈਂ ਬਚਨ ਉਚਾਰਨਾ ਬੋਲਣਾ ਕੀਤੇ। ਨਹਿ ਬੈਠ ਤਪੋਵਨ ਮੈਂ ਹਰ ਜੀ। ਪਰ ਹੇ ਪ੍ਰਭੂ ਜੀ, ਮੈਂ ਆਹ ਕੰਮ ਤੇ ਕੀਤਾ ਹੀ ਨਹੀਂ ਹੈ। ਨਹਿ ਬੈਠ ਤਪੋ, ਹੇ ਹਰ ਜੀ, ਹੇ ਪ੍ਰਭੂ ਜੀ,
ਤਪੋ ਜੋ ਤਪੱਸਿਆ ਕਰਨ ਦੇ ਲਈ ਬਨ ਜੰਗਲ ਹੈ, ਉਹ ਜੰਗਲ ਮੈਂ ਬਨ ਮੈਂ ਜੰਗਲ ਵਿੱਚ ਬੈਠ ਕਰਕੇ ਤੇ ਬੈਠਾ ਹੀ ਨਹੀਂ ਹਾਂ, ਬੈਠਾ ਹੀ ਨਹੀਂ ਹਾਂ। ਤਪੋਬਨ ਮੈਂ ਨਾ ਮੈਂ ਬੈਠਿਆ ਹਾਂ ਤਪੱਸਿਆ ਵਾਲੇ ਜਿਹੜੇ ਜੰਗਲ ਹੈ ਉਹਨਾਂ ਵਿੱਚ। ਹੇ ਹਰਿ ਜੀ ਪਰਮੇਸ਼ਰ ਜੀ, ਫਲ ਖਾਏ ਸਦਾ ਤਵ ਨਾਮ ਸੰਭਾਰੇ। ਵੀ ਉਹਨਾਂ ਜੰਗਲਾਂ 'ਚ ਬੈਠ ਕਰਕੇ ਫਲ ਖਾ ਕੇ ਤੇ ਸਦਾ ਹਮੇਸ਼ਾ ਹੀ ਤਵ ਤੇਰੇ ਨਾਮ ਨੂੰ ਸੰਭਾਲਣਾ ਕਰਦਾ, ਪਰ ਉਹ ਸੰਭਲਣਾ ਹੀ ਨਹੀਂ ਕੀਤਾ ਹੈ। ਨਹਿ ਬੈਠ ਤਪੋ ਬਨ ਮੈਂ ਹਰਿ ਜੀ। ਹੇ ਪ੍ਰਭੂ ਜੀ, ਤਪੱਸਿਆ ਕਰਨ ਦੇ ਲਈ, ਤਪੋ ਕਹੀਏ ਤਪੱਸਿਆ, ਬਨ ਕਹੀਏ ਜੰਗਲ, ਮੈਂ ਕਹੀਏ ਵਿੱਚ, ਉਹਨਾਂ ਤਪੱਸਿਆ ਕਰਨ ਵਾਲੇ ਜੰਗਲਾਂ ਵਿੱਚ ਬੈਠ ਕਰਕੇ ਫਲ ਖਾਏ ਸਦਾ ਤਵ ਨਾਮ ਸੰਭਾਰੇ। ਫਲ ਖਾ ਕੇ ਵੀ ਹਮੇਸ਼ਾ ਤੇਰਾ ਨਾਮ ਸੰਭਾਲਦਾ, ਇਹ ਕੰਮ ਤੇ ਨਹਿ ਕਹੀਏ ਕੀਤਾ ਹੀ ਨਹੀਂ ਹੈ। ਤਵ ਨਾਮ ਸੰਭਾਰੇ, ਤੇਰੇ ਨਾਮ ਨੂੰ ਸੰਭਾਰੇ ਚੇਤੇ ਨਹੀਂ ਕੀਤਾ ਹੈ। ਧਨ ਪਾਵਨ ਕੋ ਨਿਸ ਨੀਂਦ ਤਜੀ। ਪਰ ਹੇ ਪ੍ਰਭੂ, ਮੈਂ ਧਨ ਨੂੰ ਪਾਵਨ ਕਹੀਏ ਪ੍ਰਾਪਤ ਕਰਨ ਦੇ ਵਾਸਤੇ, ਧਨ ਨੂੰ ਪਾਵਨ ਕਹੀਏ ਪ੍ਰਾਪਤ ਕਰਨ ਵਾਸਤੇ ਨਿਸ ਨੀਂਦ ਤਜੀ। ਰਾਤਾਂ ਦੀ ਜਿਹੜੀ ਨਿਸ ਕਹੀਏ ਰਾਤਾਂ ਦੀ ਜਿਹੜੀ ਨੀਂਦ ਹੈ ਤਜੀ ਕਹੀਏ, ਉਹ ਵੀ ਤਿਆਗ ਦਿੱਤੀ, ਛੱਡ ਦਿੱਤੀ, ਵੀ ਚਲੋ ਨਾ ਸੋਈਏ ਕਮਾ ਲਈਏ, ਇਹ ਕੁਝ ਕਰਦਾ ਰਿਹਾ। ਹਰ ਪਾਵਨ ਕੋ ਨਹਿ ਨੈਣ ਉਘਾਰੇ। ਪਰ ਇਹ ਹਰ ਪਰਮੇਸ਼ਰ, ਹਰ ਪਾਵਨ, ਤੈਨੂੰ ਪਾਉਣ ਵਾਸਤੇ ਨਹਿ ਨੈਣ ਉਘਾਰੇ, ਤੇਰੀ ਪ੍ਰਾਪਤੀ ਕਰ ਲਈ ਮੈਂ ਕਦੀ ਆਪਣੇ ਨੇਤਰ ਅੰਮ੍ਰਿਤ ਵੇਲੇ ਉਘਾਰੇ ਕਹੀਏ ਖੋਲ੍ਹਣਾ ਨਹੀਂ ਕੀਤੇ। ਕਿ ਬੰਦਗੀ ਕਰਾਂ ਚੱਲ ਆਗੇ ਉਠ ਨਾਮ ਜਪ, ਨਿਸਬਾਸਰ ਆਰਾਧ, ਕਾਰਾ ਤੁਝੇ ਨਾ ਵਿਆਪਈ, ਨਾਨਕ ਮਿਟੇ ਉਪਾਦ। ਇਹ ਤਾਂ ਕੰਮ ਕੀਤਾ ਹੀ ਨਹੀਂ। ਧਨ ਪਾਉਣ ਵਾਸਤੇ ਨਿਸ ਨੀਂਦ ਤਜੀ, ਆਪਣੀ ਨੀਂਦ ਵੀ ਛੱਡ ਦਿੱਤੀ ਓਵਰ ਟਾਈਮ ਲਾਉਣ ਲਈ। ਪਰ ਹਰ ਪਾਵਨ ਕੋ ਨਹਿ ਨੈਣ ਉਘਾਰੇ, ਲੋਕ ਪਰਲੋਕ ਸੰਵਾਰ ਲਈ। ਹੇ ਪਰਮਾਤਮਾ ਵਾਹਿਗੁਰੂ, ਤੇਰੇ ਨਾਮ ਨੂੰ ਤੈਨੂੰ ਪਾਉਣ ਲਈ, ਪ੍ਰਾਪਤ ਕਰ ਲਈ ਨਹਿ ਨੈਣ ਉਘਾਰੇ। ਅੰਮ੍ਰਿਤ ਵੇਲਾ ਜਾਣ ਕੇ ਕਦੀ ਵੀ ਨੇਤਰ ਉਘਾਰੇ ਖੋਲ੍ਹਣਾ ਨਹੀਂ ਕੀਤੇ ਹਨ। ਜਗ ਮੈਂ ਸ਼ੁਭ ਕਾਜ ਵਿਸਾਰਤ ਹੋਂ। ਹੇ ਪ੍ਰਭੂ ਪਰਮਾਤਮਾ, ਇਸ ਸੰਸਾਰ ਦੇ ਵਿੱਚ ਸ਼ੁਭ ਕਾ ਸ੍ਰੇਸ਼ਟ ਕੰਮ ਵਿਸਾਰਤ ਹੋ, ਮੈਂ ਭੁਲਾਈ ਬੈਠਾ ਹਾਂ। ਫਿਰ ਬਿਦ ਕੌਣ ਸਦਾ ਸੁਖ ਪਾਉ ਮਰਾਰੇ। ਫਿਰ ਕੌਣ ਕਹੀਏ ਕਿਹੜੀ ਬਿਦ ਕਹੀਏ ਵਿਧੀ ਹੈ ਜਿਹਦੇ ਨਾਲ ਆਪ ਜੀ ਦੀ ਪ੍ਰਾਪਤੀ ਦਾ, ਆਤਮਾ ਦੀ ਪ੍ਰਾਪਤੀ ਦਾ ਅੰਮ੍ਰਿਤ ਰੂਪੀ ਸੁਦਾ ਕਹੀਏ ਅੰਮ੍ਰਿਤ ਰੂਪੀ ਸੁੱਖ ਕਿ ਉਸ ਨੂੰ ਪਾਓ ਕਹੀਏ ਪਾਉਣਾ ਕਰਾਂਗਾ, ਨਹੀਂ ਕਰ ਸਕਦਾ ਮੁਰਾਰੇ। ਹੈ ਪਰਮੇਸ਼ਰ, ਸ਼ੁਭ ਕਰਨੀ ਤੋਂ ਬਿਨਾਂ ਸ਼ੁਭ ਕਮਲਾਂ ਬਾਝੋਂ ਦੋਨੋਂ ਰੋਈ। ਸ਼ੁਭ ਕਮਲਾਂ ਬਾਝੋਂ ਰੋਣਾ ਪੈਂਦਾ ਹੈ। ਸ਼ੁਭ ਕਰਨੀ ਤੋਂ ਬਿਨਾਂ ਕੋਈ ਵੀ ਸੁੱਖ ਪ੍ਰਾਪਤ ਨਹੀਂ ਹੋਵੇਗਾ, ਨਾ ਹੁੰਦਾ, ਨਾ ਹੋ ਸਕਦਾ ਹੈ। ਸਵਈਆ ਔਰ ਲੋਭ ਲੱਗੇ ਨਿਜ ਧਾਮ ਤਜੇ। ਜਦੋਂ ਔਰ ਮੇਰੇ ਮਨ ਹਿਰਦੇ ਵਿੱਚ ਲੋਭ ਲੱਗੇ, ਮਾਇਆ ਦਾ ਲੋਭ ਲਾਲਚ ਲੱਗਿਆ ਤੇ ਨਿਜ ਧਾਮ ਤਜੇ, ਤਦੋਂ ਮੈਂ ਆਪਣਾ ਧਾਮ ਘਰ ਤਜੇ ਕਹੀਏ ਉਹ ਵੀ ਛੱਡ ਦਿੱਤਾ। ਦੇਸ ਪੱਛਮ ਕੇ ਮਗ ਮਾਹੀ ਪਧਾਰੇ, ਆਪਣਾ ਘਰ ਛੱਡ ਦਿੱਤਾ। ਪੱਛਮ ਦਿਸ਼ਾ, ਲਹਿੰਦੇ ਵੱਲ ਦੀ ਦਿਸ਼ਾ, ਉਹਦੇ ਕੀ ਅਰਥ, ਉਹਦੇ ਮਗ ਰਸਤੇ ਮਾਹੇ ਵਿੱਚ ਪਧਾਰੇ ਚਲਾ ਗਿਆ। ਭਾਵ ਆਪਣਾ ਦੇਸ਼ ਛੱਡ ਕੇ ਵਿਲਾਇਤ ਵੱਲ ਨੂੰ ਚੱਲ ਪਿਆ ਕਿ ਚਲੋ ਉੱਧਰੋਂ ਪੈਸੇ ਕਮਾ ਕੇ ਖੁੱਲ੍ਹੇ ਡੁੱਲੇ ਲਿਆਵਾਂਗਾ। ਜਗ ਪੁੰਨ ਹੁਲਾਸ ਸੁ ਪਾਏ ਉੱਠੇ। ਫਿਰ ਸੰਸਾਰ ਦੇ ਵਿੱਚ ਜਿਹੜੇ ਪੁੰਨ ਹੁਲਾਸ,
ਪੁੰਨ ਕਰਮਾਂ ਦਾ ਹੁਲਾਸ ਉਤਸ਼ਾਹ ਸੀ, ਉਹ ਉਤਸ਼ਾਹ ਕਰਕੇ ਭਾਵ ਕਿਸੇ ਪੁਰਬ ਦੇ ਸਮੇਂ ਆਪਣੇ ਜਿਹੜੇ ਪਾਏ ਉੱਠੇ, ਆਪਣੇ ਪੈਰਾਂ ਨੂੰ ਉਠਾ ਕਰਕੇ ਨਾ ਦੇਵ ਧੁਨੀ ਪਥ ਮਾਹੇ ਪਧਾਰੇ ਪਾਏ ਉੱਠੇ, ਆਪਣੇ ਪਾਏ ਕਹੀਏ ਪੈਰਾਂ ਨੂੰ ਉੱਠੇ ਕਹੀਏ ਉਠਾ ਕਰਕੇ ਜਿਹੜੀ ਦਿਵ ਧੁਨੀ ਗੰਗਾ ਦੇ ਵਿੱਚ ਇਸ਼ਨਾਨ, ਦਿਵ ਕਹੀਏ ਗੰਗਾ ਦੇ ਵਿੱਚ ਇਸ਼ਨਾਨ ਕਰਨ ਵਾਸਤੇ, ਧੁਨੀ ਦਾ ਅਰਥ ਇਸ਼ਨਾਨ, ਦਿਵ ਦਾ ਅਰਥ ਗੰਗਾ ਦੇ ਵਿੱਚ ਇਸ਼ਨਾਨ ਕਰਨ ਵਾਸਤੇ ਉਸ ਪਥ ਰਸਤੇ ਵਿੱਚ, ਪਥ ਮਾਹੀ ਰਸਤੇ ਵਿੱਚ ਕਦੇ ਵੀ ਪਧਾਰੇ ਜਾਣਾ ਨਹੀਂ ਕੀਤਾ। ਜਗ ਪੁੰਨ ਹੁਲਾਸੋ ਪਾਏ ਉਠੇ, ਵੀ ਜਗ ਸੰਸਾਰ ਵਿੱਚ ਪੁੰਨ ਕਰਮਾਂ ਦਾ ਹੁਲਾਸ ਉਤਸ਼ਾਹ ਆਨੰਦ ਕਰਕੇ ਵੀ ਮੈਂ ਵੀ ਕਰਾਂ ਪੁੰਨ, ਇਸ ਭਾਵ ਨੂੰ ਪਾ ਕੇ ਕਿਸੇ ਵੀ ਪੁਰਬ ਸਮੇਂ ਚਲੋ ਗੰਗਾ ਇਸ਼ਨਾਨ ਕਰ ਲਈਏ, ਤ੍ਰਿਵੇਣੀ ਜਾਈ, ਇਸ ਉਤਸ਼ਾਹ ਨੂੰ ਲੈ ਕੇ ਵੀ ਕਿਸੇ ਪੁਰਬ ਦੇ ਸਮੇਂ ਆਪਣੇ ਮੈਂ ਪਾਏ ਉੱਠੇ, ਪੈਰ ਉੱਠੇ ਉਠਾ ਕਰਕੇ, ਪੈਰਾਂ ਨਾਲ ਉਠਾ ਕੇ, ਚਲਾ ਕਰਕੇ, ਤੁਰ ਕਰਕੇ ਜਿਹੜੀ ਦਿਵ ਧੁਨੀ ਗੰਗਾ ਹੈ, ਉਹ ਗੰਗਾ ਦੇ ਵਿੱਚ ਧੁਨੀ ਕਹੀਏ ਇਸ਼ਨਾਨ ਕਰਨ ਵਾਸਤੇ ਪਥ ਮਾਹੇ ਪਧਾਰੇ, ਪਥ ਵੇ ਮਾਹੇ ਰਸਤੇ ਵਿੱਚ ਵਧਾਰੇ ਜਾਣਾ ਹੀ ਨਹੀਂ ਕੀਤਾ। ਧਨ ਦੇਵਨ ਕੋ ਮੁਖ ਮੂੰਦ ਲੈ, ਫਿਰ ਮੇਰੀ ਹਾਲਤ ਕਿਸੇ ਗਰੀਬ ਮੰਗਤੇ ਆਦਿ ਨੂੰ ਧਨ ਦੇਣਾ ਬੜੀ ਵੱਡੀ ਗੱਲ ਹੈ। ਉਹ ਧਨ ਦੇਣ ਦੇ ਵੇਲੇ, ਧਨ ਦੇਵਨ ਕੋ, ਧਨ ਦੇਣ ਦੇ ਵੇਲੇ ਕਿ ਗਰੀਬ ਮੰਗਤੇ ਵਿਚਾਰੇ ਨੂੰ ਮੁਖ ਮੂੰਦ ਲੈ, ਮੁਖ ਜਿਹੜਾ ਮੂੰਹ ਹੈ ਉਹ ਹੀ ਬੰਦ ਕਰ ਲਿਆ, ਮੁਖ ਮੂੰਦ ਦਾ ਅਰਥ ਹੁੰਦਾ ਬੰਦ, ਮੂੰਹ ਹੀ ਬੰਦ ਕਰ ਲਿਆ। ਕਹਿਣ ਤੋਂ ਭਾਵ ਜੇਕਰ ਕੋਈ ਮੰਗਤਾ ਸਾਹਮਣੇ ਆ ਗਿਆ ਤਾਂ ਉਧਰ ਨੂੰ ਉਹਦੇ ਮੂੰਹ ਹੀ ਨਹੀਂ ਕਰਨਾ, ਇਹੋ ਜਿਹੀ ਹਾਲਤ ਮੇਰੀ। ਦੂਸਰੇ ਪਾਸੇ ਨੂੰ ਮੂੰਹ ਕਰਕੇ ਉਹਨੂੰ ਬਿਨਾਂ ਦਿੱਤੇ ਕੁਝ ਹੀ ਲੰਘ ਜਾਣਾ, ਇਹ ਸੁਭਾਅ ਮੇਰਾ ਬਣਿਆ। ਹਰ ਲੇਵਨ ਕੋ ਸਭ ਦਾਤ ਨਕਾਰੇ, ਪਰ ਵੇਖ ਲਓ ਹਰ ਕਹੀਏ ਤੇ ਜਦੋਂ ਕਿਸੇ ਕੋਲੋਂ ਕੁਝ ਧਨ ਲੈਣਾ ਹੁੰਦਾ ਤੇ ਉਸ ਵੇਲੇ ਆਪਣੇ ਸਭ ਦਾਤ ਨਕਾਰੇ, ਸਾਰੇ ਦੰਦ ਕੱਢ ਕੇ ਦਿਖਾਲਦਾ ਹਾਂ, ਭਾਵ ਪ੍ਰਸੰਨ ਹੋ ਕੇ ਲੈਂਦਾ, ਹਾਂ ਮਹਾਰਾਜ ਚਲੋ ਇਹਦੀ ਕੀ ਲੋੜ ਸੀ, ਤੇ ਲੈ ਹੀ ਲੈਂਦਾ ਹੈ। ਧਨ ਦੇਵਨ ਕੋ ਮੁਖ ਮੂੰਦ ਲੈ, ਜਦੋਂ ਕੋਈ ਗਰੀਬ ਗੁਰਬਾ ਆ ਗਿਆ ਅੱਗੇ ਅਨਾਥ ਮੰਗਤਾ, ਧਨ ਦੇਵਨ ਨੂੰ ਉਹਦੇ ਵੱਲ ਵੇਖ ਕੇ ਤੇ ਮੁੱਖ ਹੀ ਮੂੰਦ ਕਹੀਏ ਮੋੜ ਲਿਆ, ਜਾਂ ਮੁੱਖ ਦੇ ਮੂੰਹ ਦੇ ਜਿਹੜੇ ਨੇਤਰ ਉਹ ਮੂੰਦ ਲਏ, ਜਾਂ ਮੁੱਖ ਮੂੰਹ ਉਹਦੇ ਹੋਂਠ ਮੂੰਦ ਬੰਦ ਕਰ ਲਏ, ਮੂੰਹ ਹੀ ਮੂੰਦ ਲਿਆ, ਮੋੜ ਲਿਆ। ਹਰ ਲੇਵਨ ਕੋ ਸਭ ਦਾਤ ਨਕਾਰਿਆ, ਤੇ ਲੈਣ ਵਾਸਤੇ ਪਰਮੇਸ਼ਰ ਸਾਰੇ ਨਾ 32 ਦੇ 32 ਦੰਦ ਨਕਾਰੇ ਕੱਢ ਕੇ ਦਿਖਾਲਦਾ ਹੈ। ਆਹੋ ਲਿਆਓ ਮਾਰ, ਇਹਦੀ ਕੀ ਲੋੜ ਨਾਲ ਫੜੀ ਵੀ ਜਾਂਦਾ, ਇਹੋ ਜਿਹਾ ਕੰਮ ਹੈ ਇਹਦਾ। ਪ੍ਰਸੰਨ ਹੋ ਸਭ ਦਾਤ ਨਕਾਰੇ, ਭਾਵ ਸਾਰੇ ਦੰਦ ਕੱਢ ਕੇ ਹੱਸ ਕੇ ਪ੍ਰਸੰਨ ਹੋ ਕੇ ਲੈਂਦਾ ਹੈ। ਜਗ ਮੈਂ ਸ਼ੁਭ ਕਾਜ ਵਿਸਾਰਤ ਹਾਂ, ਉਹੀ ਅਰਥ ਸੰਸਾਰ ਦੇ ਵਿੱਚ ਜਿਹੜੇ ਸ੍ਰੇਸ਼ਟ ਕਰਮ ਹੈ ਵਿਸਾਰਤ ਹਾਂ, ਹੇ ਪਰਮੇਸ਼ਰ ਮੈਂ ਉਹ ਭੁਲਾਈ ਜਾਂਦਾ, ਵਿਸਾਰੀ ਬੈਠਾ ਹਾਂ। ਫਿਰ ਬਿਦ ਕੌਣ ਸਦਾ ਸੁਖ ਪਾਉ ਮਰਾਰੇ, ਕੌਣ ਕਿਹੜੀ ਵਿਧੀ ਹੈ ਜਿਸ ਨਾਲ ਜਿਹੜਾ ਵਾਹਿਗੁਰੂ ਤੇਰੀ ਪ੍ਰਾਪਤੀ ਦਾ ਅੰਮ੍ਰਿਤ ਰੂਪੀ ਸੁੱਖ, ਬ੍ਰਹਮ ਗਿਆਨ ਰੂਪੀ ਸੁੱਖ, ਆਤਮਾ ਦੇ ਆਨੰਦ ਰੂਪੀ ਸੁੱਖ ਪਾਉ ਕਹੀਏ ਪਾਉਣਾ ਕਰਾਂਗਾ, ਭਾਵ ਨਹੀਂ ਪਾ ਸਕਦਾ। ਇਹ ਮੁਰਾਰੇ ਪਰਮੇਸ਼ਰ ਸ਼ੁਭ ਕਰਨੀ ਤੋਂ ਬਿਨਾਂ ਸੁੱਖ ਕਿੱਥੇ ਹੈ। ਦੋਹਰਾ ਉੱਤਮ ਮੱਧਮ ਫਲ ਜਿਤੇ, ਦੋਹਰੇ ਵਿੱਚ ਕਹਿੰਦੇ ਹੈ ਜੀਵ ਜਿੰਨੇ ਵੀ ਤੇਰੇ ਕਰਮਾਂ ਦੇ ਚੰਗੇ, ਦਰਮਿਆਨੇ
ਮੱਧਮ ਹੁੰਦਾ ਦਰਮਿਆਨੇ, ਉੱਤਮ ਹੁੰਦਾ ਚੰਗੇ ਸ੍ਰੇਸ਼ਟ। ਚੰਗੇ ਦਰਮਿਆਨੇ ਤੇ ਨੀਚ ਆਦਿ ਫਲ ਹਨ। ਮੱਧਮ ਤੋਂ ਹੀ ਦਰਮਿਆਨਾ ਤੇ ਮੱਧਮ ਤੋਂ ਹੀ ਨੀਚ ਕਨਿਸ਼ਟ ਲੈ ਹਨ। ਜਿੰਨੇ ਵੀ ਤੇਰੇ ਕਰਮਾਂ ਦੇ ਉੱਤਮ ਮੱਧਮ ਨੀਚ ਆਦਿਕ ਜਿਤੇ ਜਿੰਨੇ ਫਲ ਹਨ, ਪਾਵੇ ਜਗਤ ਮਝਾਰ, ਉਹ ਤੂੰ ਇਸ ਜਗਤ ਮਝਾਰ ਸੰਸਾਰ ਦੇ ਵਿੱਚ ਵੀ ਭਾਵੇਂ ਕਹੀਏ ਪਾਉਣਾ ਕਰੇਗਾ। ਪਰ ਕਿਵੇਂ? ਹੇ ਜੀਵ ਕਰਮ ਬਿਰਖ ਪਾਲੇ ਲਹੇ। ਤੂੰ ਤਿੰਨ ਪ੍ਰਕਾਰ ਦੇ ਉੱਤਮ ਮੱਧਮ ਦਰਮਿਆਨੇ ਭਾਵ ਨੀਚ ਕਨਿਸ਼ਟ ਇਹ ਫਲ ਜਿੰਨੇ ਵੀ ਹੈ ਤੂੰ ਸੰਸਾਰ ਦੇ ਵਿੱਚ ਹੀ ਪਾਉਣਾ ਕਰੇਗਾ। ਕਰਮ ਬਿਰਖ ਪਾਲੇ ਲਹੇ, ਜਿਹੋ ਜਿਹੇ ਕਰਮਾਂ ਰੂਪੀ ਕਰਮਾਂ ਰੂਪੀ ਬ੍ਰਿਖ ਨੂੰ ਪਾਲੇ ਕਹੀਏ ਪਾਲਣਾ ਕਰੇਗਾ, ਉਹ ਜਿਹੇ ਫਲ ਲਹੇ ਪ੍ਰਾਪਤ ਕਰ ਲਏਗਾ। ਬਿਨਾਂ ਕਰਮ ਨਹਿ ਧਾਰ, ਤੂੰ ਆਪਣੇ ਮਨ ਵਿੱਚ ਇਹ ਗੱਲ ਪੱਕੀ ਧਾਰਨ ਕਰ ਲੈ ਕਿ ਕਰਮਾਂ ਤੋਂ ਬਿਨਾਂ ਦਾ ਅਰਥ ਬਗੈਰ, ਕਰਮਾਂ ਤੋਂ ਬਗੈਰ ਤੈਨੂੰ ਕੋਈ ਵੀ ਫਲ ਪ੍ਰਾਪਤ ਨਹੀਂ ਹੋਵੇਗਾ। ਕਰਮ ਬਿਰਖ ਪਾਲੇ, ਜਿਹੋ ਜਿਹੇ ਕਰਮਾਂ ਰੂਪੀ ਬ੍ਰਿਸ਼ ਭਾਵ ਉੱਤਮ ਮੱਧਮ ਕਨਿਸ਼ਟ ਇਸ ਬ੍ਰਿਸ਼ ਨੂੰ ਪਾਲੇਗਾ ਲਹੇ, ਉਹ ਜਿਹੇ ਸੁੱਖ ਪ੍ਰਾਪਤ ਕਰ ਲਵੇਗਾ। ਬਿਨਾਂ ਕਰਮ ਨੇ ਧਾਰ, ਬਿਨਾਂ ਜਿਹੜੇ ਕਰਮ ਸੁੱਖ ਚੰਗੇ ਸ੍ਰੇਸ਼ਟ ਕਰਮਾਂ ਤੋਂ ਬਿਨਾਂ ਸੁੱਖ ਦੀ ਪ੍ਰਾਪਤੀ ਨਹੀਂ ਹੈ। ਇਹ ਗੱਲ ਤੂੰ ਆਪਣੇ ਮਨ 'ਚ ਧਾਰਨ ਕਰ ਲੈ। ਸੋਈਆ ਜਿਨ ਬਾਲਕ ਭਾਵ ਸੋ ਖੇਲ ਮਤੇ, ਜਿਨ੍ਹਾਂ ਜੀਵਾਂ ਨੇ ਬਾਲਕ ਕਹੀਏ, ਬਾਲਕ ਭਾਵ ਬਾਲਕ ਬੱਚੇ ਵਾਲਾ ਭਾਵ ਬਾਲ ਅਵਸਥਾ ਵਿੱਚ ਸੋ ਖੇਲ ਮਤੇ ਆ ਖੇਡਾਂ ਵਿੱਚ ਹੀ ਮਤੇ ਕਹੀਏ ਖੇਡਾਂ ਮਤੇ ਕਹੀਏ ਮਸਤ, ਖੇਡਾਂ ਵਿੱਚ ਹੀ ਮਸਤ ਹੋ ਕੇ ਬਚਪਨ ਦੀ ਆਪਣੀ ਸਾਰੀ ਉਮਰ ਗਵਾ ਦਿੱਤੀ ਹੈ। ਤੇ ਨਹਿ ਵਿਦਿਆ ਲਈ ਜਗ ਮੈਂ ਰਸ ਭੇਨੇ, ਤੇ ਜਗ ਮੈਂ ਸੰਸਾਰ ਵਿੱਚ ਜਿਹੜੀ ਰਸ ਪ੍ਰੇਮ ਨਾਲ ਰਸ ਭੇਨੀ, ਰਸ ਅਰਥ ਪ੍ਰੇਮ ਤੇ ਭੇਨੀ ਕਹੀਏ ਭਿੱਜੀ, ਪ੍ਰੇਮ ਨਾਲ ਭਿੱਜੀ ਹੋਈ ਬ੍ਰਹਮ ਵਿਦਿਆ ਤੇ ਉਹ ਲੈਣੀ ਚਾਹੀਦੀ ਸੀ। ਪ੍ਰੇਮ ਨਾਲ ਭਿੱਜੀ ਵਿਦਿਆ ਨਹਿ ਲਈ, ਉਹ ਤੇ ਲੈਣਾ ਹੀ ਨਹੀਂ ਕੀਤੀ। ਜਿਨ ਬਾਲਕ ਭਾਵ ਸੋ ਖੇਲ ਮਤੇ, ਜਿਨ੍ਹਾਂ ਬਾਲਕਾਂ ਨੇ ਬਾਲਕ ਅਵਸਥਾ ਵਿੱਚ ਖੇਡਾਂ ਵਿੱਚ ਹੀ ਮਤੇ ਕਈ ਮਸਤ ਹੋਇਆ ਰਿਹਾ ਤੇ ਸਾਰੀ ਉਮਰ ਗਵਾ ਲਈ। ਮੈਂ ਵਿਦਿਆ ਲਈ ਬ੍ਰਹਮ ਵਿਦਿਆ ਲਈ ਨਹੀਂ ਸੰਸਾਰ ਦੇ ਵਿੱਚ ਰਹਿੰਦਿਆਂ, ਰਸ ਭੇਨੀ ਜਿਹੜੀ ਬੜੀ ਪ੍ਰੇਮ ਦੇ ਰਸ ਨਾਲ ਭੇਜੀ ਹੋਈ ਸੀ, ਆਤਮ ਗਿਆਨ ਦੀ ਵਿਦਿਆ ਸੀ। ਨਹਿ ਵਿਦਿਆ ਲਈ, ਉਹ ਤੇ ਬ੍ਰਹਮ ਵਿਦਿਆ ਲੈਣੀ ਨਹੀਂ ਕੀਤੀ। ਜੋਬਨ ਮੈਂ ਰਸ ਭੋਗ ਕਰੇ, ਫਿਰ ਜਵਾਨੀ ਦੀ ਅਵਸਥਾ ਆ ਗਈ ਤੇ ਉਹ ਜਵਾਨੀ ਦੀ ਅਵਸਥਾ ਮੈਂ ਕਹੀਏ ਵਿੱਚ ਰਸ ਭੋਗ ਕਰੇ। ਅਨੇਕਾਂ ਰਸਾਂ ਦੇ ਪਦਾਰਥ, ਵਿਸ਼ਿਆਂ ਦੇ ਰਸ, ਇਹਨਾਂ ਦੇ ਭੋਗਣਾ ਕੀਤੇ। ਜੋਬਨ ਮੈਂ ਜਵਾਨੀ ਆਈ, ਜਵਾਨੀ ਵਿੱਚ ਰਸ ਭੋਗ, ਜਿਹੜੇ ਰਸਾਂ ਦੇ ਭੋਗ ਪਦਾਰਥਾਂ ਦੇ ਭੋਗ ਤੇ ਉਹ ਮਾਨਣਾ ਕੀਤੇ, ਅਥਵਾ ਵਿਸ਼ੇ ਰਸ ਬੜਾ ਸਵਾਦਿਸ਼ਟ ਮੰਨਿਆ। ਇਹ ਵਿਸ਼ੇ ਭੋਗਾਂ ਦੇ ਰਸਾਂ ਨੂੰ ਮਾਨਣਾ ਕੀਤਾ। ਨਾ ਦਲੀ ਅਰ ਕੀ ਤੁਝ ਨੀ ਰਣ ਪੀਨੀ, ਇਹ ਕੁਝ ਕਰਦਾ ਰਿਹਾ। ਕਰਨਾ ਤੇ ਇਹ ਚਾਹੀਦਾ ਸੀ ਸੂਰਮਾ ਬਣਦਾ, ਇਹ ਨਾ ਕੀਤਾ। ਨਾ ਦਲੀ ਅਰ ਕੀ ਤੁਝ ਨੀ ਰਣ ਪੀਨੀ, ਸੂਰਬੀਰ ਯੋਧਾ ਬਣ ਕੇ ਜਿਹੜਾ ਅਰ ਕਹੀਏ ਦੁਸ਼ਮਣ, ਅਰ ਕੀ ਦੁਸ਼ਮਣ ਦੀ ਜਿਹੜੀ ਤੁਜਨੀ ਫੌਜ ਹੈ, ਉਹ ਫੌਜ
ਰਣ ਕਹੀਏ ਜੰਗ ਦੇ ਮੈਦਾਨ ਵਿੱਚ। ਜੰਗ ਦੇ ਮੈਦਾਨ ਵਿੱਚ ਉਹ ਅਬੈਰੀ ਦੀ ਜਿਹੜੀ ਧੁਜਨੀ ਫੌਜ ਹੈ, ਪੀਨੀ ਕਈ ਬੜੀ ਤਗੜੀ ਕਰੜੀ, ਅਤੇ ਉਹ ਨਾ ਦਲੀ, ਉਹ ਨਾਸੀ ਨਹੀਂ ਕੀਤੀ। ਨਾ ਦਲੀ ਅਰ ਕੀ ਧੁਜਨੀ ਰਣ ਭੀਨੀ। ਜੋਬਨ ਵਿੱਚ ਜਵਾਨੀ ਵਿੱਚ ਰਸ ਭੋਗ ਪਦਾਰਥਾਂ ਦੇ ਮਾਣ ਦਾ ਕਰਨਾ ਕੀਤੇ, ਅਤੇ ਜੋ ਸੂਰਮਤਾਈ ਉਹ ਕੀਤੀ ਨਹੀਂ। ਵੀ ਜਿਵੇਂ ਚਾਣਕਾ ਨੀਤੀ ਵੀ ਕਹਿੰਦੇ ਹੈ ਮਹਾਂਰਿਸ਼ੀ, ਜਨਨੀ ਜਨੇ ਤਾਂ ਭਗਤ ਜਨ ਕੈ ਦਾਤਾ ਕੈ ਸੂਰ, ਨਾਹੀ ਤਾਂ ਜਨਨੀ ਬਾਂਝ ਰਹੇ ਕਾਹੇ ਗਵਾਵੈ ਨੂਰ। ਸੂਰਮਾ ਜੰਮੇ, ਭਗਤ ਜੰਮੇ, ਭਗਤ ਜੰਮੇ, ਅਤੇ ਨਹੀਂ ਤਾਂ ਮਾਤਾ ਦੇ ਕਹਿੰਦੇ ਬਾਂਝ ਹੀ ਰਹੇ, ਕੀ ਫਾਇਦਾ, ਨੂਰ ਕਾਹਨੂੰ ਗਵਾਉਣਾ ਆਪਣਾ। ਜੋਬਨ ਮੈਂ ਰਸ ਭੋਗ ਕਰੇ, ਜਵਾਨੀ ਦੇ ਵਿੱਚ ਰਸ ਭੋਗਣਾ ਕਰ ਕੀਤੇ। ਨਾ ਦਲੀ ਅਰ ਕੀ ਧੁਜਨੀ ਰਣ ਭੀਨੀ। ਹੈ ਪਰਮੇਸ਼ਰ, ਵੈਰੀਆਂ ਦੀ ਜਿਹੜੀ ਧੁਜਨੀ ਫੌਜ ਹੈ, ਉਹ ਰਣ ਜੰਗ ਦੇ ਮੈਦਾਨ ਵਿੱਚ ਜੋ ਪੀਨੀ ਬੜੀ ਸਖਤੀ ਕਰੜੀ ਸੀ, ਨਾ ਦਲੀ, ਉਹ ਨਾਸੀ ਨਹੀਂ ਕੀਤੀ। ਨ ਆਤਮ ਰਮ ਹੈ ਗਿਆਨ ਲਿਓ, ਨਾ ਹੀ ਆਪਣੀ ਆਤਮ ਤੇ ਆਤਮਾ, ਆਪਣੇ ਆਪੇ ਦਾ ਰਮ ਹੈ ਪਰਮਾਤਮਾ, ਅਤੇ ਗਿਆਨ ਲਿਓ ਆਤਮਾ ਪਰਮਾਤਮਾ ਦਾ ਏਕਤਾ ਦਾ ਗਿਆਨ ਲਿਓ, ਨਾ ਗਿਆਨ ਹੀ ਨਹੀਂ ਲੈਣਾ ਕੀਤਾ ਹੈ। ਤਟ ਤੀਰਥ ਨਾ ਤਪਸਾ ਬਹੁ ਕੀਨੀ। ਨਾ ਹੀ ਤੀਰਥਾਂ ਉੱਪਰ ਜਾ ਕੇ ਜਿਹੜੇ ਤਟ ਕਿਨਾਰੇ ਹੈ, ਉਹ ਕਿਨਾਰਿਆਂ 'ਤੇ ਬੈਠ ਕੇ ਤਪਸਾ ਬਹੁਤ ਜਿਹੜੀ ਭਾਰੀ ਹੈ ਤਪਸਾ, ਉਹ ਤਪੱਸਿਆ ਵੀ ਨਹੀਂ ਕੀਤੀ ਹੈ। ਤਟ ਤੀਰਥ ਨਾ ਨੈ ਆਤਮ ਰਮ ਹੈ ਗਿਆਨ ਲਿਓ। ਨਾ ਹੀ ਆਤਮਾ ਰਮ ਹੈ ਪਰਮਾਤਮਾ ਦੀ ਏਕਤਾ ਦਾ ਗਿਆਨ ਲਿਆ, ਕਿ ਆਤਮਾ ਪਰਮਾਤਮਾ ਇੱਕੋ ਕਰੇ ਅੰਤਰ ਕੀ ਦੁਬਿਧਾ ਅੰਤਰ ਹੀ ਮਰੇ, ਇਹ ਅਵਸਥਾ ਨਹੀਂ ਬਣਾਈ। ਜਾਂ ਆਤਮ ਕਹੀਏ ਜੀਵ, ਰਮ ਹੈ ਕਹੀਏ ਈਸ਼, ਜੀਵ ਈਸ਼ ਦੀ ਏਕਤਾ ਦਾ ਗਿਆਨ ਹੀ ਨਹੀਂ ਲੈਣਾ ਕੀਤਾ। ਅਤੇ ਤਟ ਤੀਰਥ ਨਾ ਤਪਸਾ ਬਹੁ ਕੀਨੀ। ਤੀਰਥਾਂ ਦੇ ਕਿਨਾਰਿਆਂ ਦੇ ਉੱਪਰ ਜਾ ਕੇ ਨਾ ਹੀ ਤਪਸਾ ਬਹੁਤੀ ਤਪੱਸਿਆ ਹੀ ਭਾਰੀ ਕੀਤੀ ਹੈ, ਭਾਵ ਕੀਤੀ ਨਹੀਂ। ਫਲ ਪੁੰਨ ਆਧਾਰ ਸੋ ਮਾਨਵ ਦੇਹ। ਪੁੰਨ ਫਲ ਦੇ ਜਿਹੜੇ ਪੁੰਨ ਫਲ ਦੇ ਆਧਾਰ ਆਸਰੇ ਸੋ ਮਾਨਵ ਦੇ। ਇਹ ਜਿਹੜੀ ਮਾਨਵ ਸੋ ਦਾ ਸ੍ਰੇਸ਼ਟ ਲਾ ਲੈਣਾ, ਸੋ ਦਾ ਅਰਥ ਉਹ ਪੁੰਨ ਫਲ ਦੇ ਆਧਾਰ ਆਸਰੇ, ਇਹ ਜਿਹੜੀ ਸ੍ਰੇਸ਼ਟ ਮਨੁੱਖ, ਸ੍ਰੇਸ਼ਟ ਮਾਨਵ ਮਨੁੱਖ ਦੇਹ, ਇਹ ਦੇਹ ਪ੍ਰਾਪਤ ਹੋਈ। ਅਤੇ ਪਰ ਇਹ ਦੇਹ ਦਾ ਕੀਤਾ ਕੀ, ਅਤੇ ਇਹਦੇ ਨਾਲ ਤਾਂ ਪੁੰਨ ਕਰਮ ਕਰਨੇ ਸੀ ਜਵਾਨੀ ਵੇਲੇ, ਬਚਪਨ ਵੇਲੇ, ਬੁਢੇਪੇ ਵੇਲੇ, ਪਰ ਕੀਤਾ ਕੀ, ਬਾਲਕ ਅਵਸਥਾ ਖੇਡਾਂ ਵਿੱਚ ਲੰਘਾ ਦਿੱਤੀ, ਆਤਮ ਵਿਦਿਆ ਪ੍ਰਾਪਤ ਨਹੀਂ ਕੋਈ ਕੀਤੀ, ਜੀਵਨ ਵਿਸ਼ੇ ਭੋਗਾਂ ਵਿੱਚ ਲੰਘਾ ਦਿੱਤਾ, ਮੈਦਾਨੇ ਜੰਗ ਵਿੱਚ ਸੂਰਬੀਰਤਾ ਦਾ ਕੋਈ ਜ਼ੋਰ ਨਹੀਂ ਦਿਖਾਇਆ, ਜੀਵ ਇਸ ਦੀ ਏਕਤਾ ਦਾ ਗਿਆਨ ਦਾ ਹਾਸਲ ਨਹੀਂ ਕੋਈ ਕੀਤਾ, ਨਾ ਤੀਰਥਾਂ 'ਤੇ ਜਾ ਕੇ ਤਪੱਸਿਆ ਕੀਤੀ, ਕੁਝ ਨਹੀਂ ਕੀਤਾ। ਭਈ ਤਿਨ ਕੀ ਸੋ ਪੁੰਨ ਬਹੀਨ। ਤਿੰਨ ਕੀ ਉਹਨਾਂ ਪੁਰਸ਼ਾਂ ਦੀ ਜਿਨ੍ਹਾਂ ਨੇ ਕੌਤਕ ਇਹ ਕਰਮ ਨਹੀਂ ਕੀਤੇ ਚੰਗੇ ਜੋ ਉੱਪਰ ਦੱਸੇ ਹੈ, ਤਿੰਨ ਕੀ ਉਹਨਾਂ ਦੀ ਇਹ ਜਿਹੜੀ ਦੇਹ ਮਨੁੱਖ ਇੰਨੀ ਮਹਾਨ ਮਿਲੀ ਸੀ, ਉਹ ਤਾਂ ਪੁੰਨ ਵਿਹੀਨੀ, ਪੁੰਨਾਂ ਤੋਂ ਹੀਣੀ ਭਈ ਕਹੀਏ ਹੋ ਗਈ ਹੈ। ਕਿਸੇ ਅਰਥ ਨਹੀਂ। ਇਹ ਤੇ ਸੀ ਭਜੋ ਗੋਬਿੰਦ ਭੂਲ ਮਤ ਜਾਹੋ, ਮਾਨਸ ਜਨਮ ਕਾ ਇਹੀ ਲਾਹੋ। ਭਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹੀ ਤੇਰੀ ਬਰੀਆ। ਇੱਧਰ ਤੇ ਲਾਇਆ ਹੀ ਨਹੀਂ, ਇੱਧਰ ਤੇ ਇਹਨੂੰ ਮੋੜਿਆ ਹੀ ਨਹੀਂ ਹੈ। ਅਤੇ ਇੱਥੇ ਤੇ ਫਲ ਪੁੰਨਾਂ ਦੇ ਆਧਾਰ, ਚੰਗੇ ਸ੍ਰੇਸ਼ਟ ਪੁੰਨਾਂ ਦੇ ਫਲ ਦੇ ਆਧਾਰ ਆਸਰੇ ਸੋ ਮਾਨਵ ਦੇ ਸ੍ਰੇਸ਼ਟ ਮਨੁੱਖ ਦੇ ਪ੍ਰਾਪਤ ਹੋਈ ਸੀ। ਵੀ ਗੁਰ ਸੇਵਾ ਤੇ ਭਗਤ ਕਮਾਈ, ਤਬ ਇਹ ਮਾਨਸ ਦੇਹੀ ਪਾਈ। ਇਸ ਦੇਹੀ ਕੋ ਸਿਮਰਹਿ ਦੇਵ, ਸੋ ਦੇਹੀ ਭਜ ਹਰਿ ਕੀ ਸੇਵ। ਉੱਧਰ ਤੇ ਮੋੜਿਆ ਹੀ ਨਹੀਂ ਇਹਨੂੰ, ਅਤੇ ਉਲਟੇ ਪਾਸੇ ਲਾ ਦਿੱਤਾ ਵਿਸ਼ਿਆਂ ਵਿਕਾਰਾਂ ਜੀ। ਨਾ ਕੋਈ
ਜਿਹੜਾ ਤਪ ਤਪੱਸਿਆ ਕੀਤੀ, ਆਤਮ ਗਿਆਨ ਨਹੀਂ ਲਿਆ, ਵਿਦਿਆ ਨਹੀਂ, ਬ੍ਰਹਮ ਵਿਦਿਆ ਨਹੀਂ ਪੜ੍ਹੀ, ਬਚਪਨਾ ਵੀ ਵੀ ਛੋਟਾ ਰੱਬ ਦਾ ਰੂਪ ਐ ਕਹਿ ਕਹਿ ਕੇ ਉਹ ਬਚਪਨਾ ਹੀ ਕੱਢ ਲਿਆ। ਅਤੇ ਇਹੋ ਜਿਹੇ ਸਰੀਰ, ਇਹੋ ਜਿਹੀ ਜਿਹੜੀ ਮਨੁੱਖ ਦੇਹ ਹੈ, ਪਾਲਣ ਵਾਲੇ ਜੀਵ, ਕਵੀ ਸਾਹਿਬ ਜੀ ਕਹਿੰਦੇ ਭਾਈ ਤਿੰਨ ਕੀ ਉਹਨਾਂ ਪੁਰਸ਼ਾਂ ਦੀ ਜਿਹੜੀ ਇਹ ਮਨੁੱਖ ਦੇਹ ਹੈ, ਉਹਦੇ ਪੁੰਨ ਵਿਹੀਨ, ਪੁੰਨਾਂ ਤੋਂ ਵਿਹੀਣੀ ਹੀ ਭਾਈ ਕਹੀਏ ਹੋ ਗਈ ਹੈ, ਕਿਸੇ ਅਰਥ ਨਹੀਂ ਹੈ, ਆਇਆ ਗਿਆ ਮੋਇਆ ਨਾਉ ਵਾਲੀ ਗੱਲ ਹੈ। ਜਨਮ ਪਾਏ ਕਛ ਭਲੋ ਨਾ ਕੀਨੋ ਗੱਲ ਹੈ ਉਹਨਾਂ ਦੀ, ਦੀਨ ਬਸਾਰੋ ਰੇ ਦਵਾਨੇ, ਦੀਨ ਬਸਾਰਿਓ ਰੇ ਪੇਟ ਭਰਿਓ, ਪਸ਼ੂਆ ਜਿਉ ਸੋਇਓ ਮਨੁੱਖ ਜਨਮ ਹੈ ਹਾਰਿਓ। ਵਿੱਚ ਦੁਨੀਆ ਕਾਹੇ ਆਇਆ ਇਹ ਹਾਲਤ ਹੋ ਗਈ ਹੈ, ਪੁੰਨਾ ਸ੍ਰੇਸ਼ਟ ਪੁੰਨਾ ਤਪੱਸਿਆ ਆਤਮ ਵਿਦਿਆ ਤੋਂ ਬਿਨਾਂ। ਇਸ ਪ੍ਰਕਾਰ ਭਾਵ ਸਾਮਰਥ ਦੇ ਜਿਹੜੇ ਆਪਾਂ ਸਵਈਏ ਦੋਹਰੇ ਪੜ੍ਹ ਸੁਣ ਰਹੇ ਹਾਂ, ਇੱਥੇ 49 ਦੋਹਰੇ ਜਿਹੜੇ ਹੈ ਉਹ ਸਮਾਪਤ ਹੋ ਚੁੱਕੇ ਹੈ। ਅੱਗੇ ਜਿਵੇਂ ਵਿਚਾਰ ਆਏਗੀ ਆਪਾਂ ਉਹ ਕੱਲ੍ਹ ਸਰਵਣ ਕਰਾਂਗੇ। ਹੁਣ ਇੱਥੇ ਸਮਾਪਤੀ ਕਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।